स्टूडेंट्स बेटे ਆਪਾਂ ਲਾਸਟ ਬੇਸਿਕ ਕਨਸੈਪਟ ਕੀਤੇ ਸੀ ਥੋੜੇ ਬਹੁਤ ਪਲੱਸ 1 ਕੈਮਿਸਟਰੀ ਦੇ। ਅੱਜ ਆਪਾਂ ਬੇਟੇ ਇਹ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਦਾ ਫਸਟ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਫਸਟ ਟੌਪਿਕ ਹੈ ਬੇਟੇ ਵਾਟ ਇਜ਼ ਮੈਟਰ। ਇਹ ਤੁਸੀਂ ਛੋਟੀਆਂ ਕਲਾਸਾਂ 'ਚ ਪੜਿਆ ਹੈ ਮੈਟਰ ਕੀ ਹੁੰਦਾ, ਵਾਟ ਇਜ਼ ਮੈਟਰ। ਠੀਕ ਹੈ, ਸਾਰੇ ਬੱਚਿਆਂ ਨੂੰ ਫਿਲਹਾਲ ਤਾਂ ਇਹਦੀ ਡੈਫੀਨੇਸ਼ਨ ਪਤਾ ਹੋਏਗੀ, ਚਲੋ ਫਿਰ ਵੀ ਆਪਾਂ ਰਿਪੀਟ ਕਰ ਲੈਂਦੇ ਹਾਂ। ਮੈਟਰ ਕੀ ਹੁੰਦਾ ਬੇਟੇ? मैटर इज डिफाइंड एज एनीथिंग, कोई भी चीज हो सकती है मैटर दैट ऑक्यूपाई स्पेस पोजेस मास। मतलब मैटर कोई भी चीज हो सकती है वो जगह घेरेगी, ऑक्यूपाई स्पेस, ते उनका कुछ ना कुछ मास होएगा। ठीक है बेटे, एंड द प्रेजेंस ऑफ व्हिच, ते उस चीज दी प्रेजेंस कैन बी फिल्ड बाय एनी वन और मोर ओवर सेंसर 5 सेंसर ऑर्गन्स। ठीक है बेटे, मतलब मैटर की है, मैटर बेटे कोई भी चीज हो सकती है ਜਿਹੜੀ ਜਗ੍ਹਾ ਘੇਰੇ, ਜਿਹਦਾ ਮਾਸ ਹੋਏ ਤੇ ਉਹਨੂੰ ਆਪਾਂ ਆਪਣੇ 5 ਸੈਂਸ ਆਰਗਨ ਨਾਲ ਸੈਂਸ ਕਰ ਸਕੀਏ। ਜਿਹੜੇ ਆਪਣੇ 5 ਸੈਂਸ ਆਰਗਨ ਨੇ ਉਹਨਾਂ ਨੂੰ ਆਪਾਂ ਨੂੰ ਪਤਾ ਕਰ ਸਕੀਏ। ਠੀਕ ਹੈ, ਵੀ ਇਹੋ ਜਿਹੀ ਕੋਈ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਆ, ਮੈਟਰ। ਜਿਵੇਂ ਕਿ ਐਗਜ਼ਾਮਪਲ ਵਾਟਰ, ਮਿਲਕ, 에ਅਰ, ਆਇਰਨ, ਵੁੱਡ ਐਕਸੈਟਰਾ। ਠੀਕ ਹੈ, ਐਵਰੀਥਿੰਗ ਇਜ਼ ਅ ਮੈਟਰ। ਹਰ ਇੱਕ ਚੀਜ਼ ਮੈਟਰ ਹੈ ਬੇਟੇ। ਠੀਕ ਹੈ, ਹਰ ਇੱਕ ਚੀਜ਼ ਮੈਟਰ ਹੈ। ਜਿਵੇਂ ਕਿ ਹੁਣ ਆਪਾਂ ਕਹਿ ਸਕਦੇ ਆ ਵੀ ਵਾਟਰ जगह घेरता, किसी बर्तन चला के जगह घेरेगा, कुछ ना मास होएगा। ठीक है, भी इनको आप अपने सेंस ऑर्गन ਨਾਲ फील भी कर सकते हैं। मिल्क है, ये भी सेम चीज ही है। ठीक है, आयरन हो गया, वुड हो गया। फिर गल की करिए एयर ते आ जाएगी। एयर की मैटर है। ठीक है बेटे, कि एयर जगह घेरदी है, कि एयर ਦਾ ਮਾਸ ਹੁੰਦਾ ਹੈ बेटे, कि ਉਹਨੂੰ ਆਪਾਂ ਫੀਲ ਕਰ ਸਕਦੇ ਹਾਂ। एयर ਨੂੰ ਆਪਾਂ ਫੀਲ ਕਰ ਸਕਦੇ ਹਾਂ, ਚਲਦੇ ਫਿਰਦੇ ਆਪਾਂ एयर ਨੂੰ ਫੀਲ ਕਰ ਸਕਦੇ ਹਾਂ। ठीक है, जगह घेरदी है, बिल्कुल घेरदी है, कि ਉਹਦਾ ਮਾਸ ਹੁੰਦਾ ਹੈ, ਬਿਲकुल ਹੁੰਦਾ। ਜਿਵੇਂ ਕਿ ਆਪਾਂ बेटे दो बैलून ले ले, सेम वेट ਦੇ ਆਪਾਂ दो बैलून ले ले, ਇੱਕ ਦੇ ਵਿੱਚ 에ਅਰ ਫੀਲ ਕਰ ਲਓ। ਠੀਕ ਹੈ बेटे, ਇੱਕ ਦੇ ਵਿੱਚ 에ਅਰ ਫੀਲ ਕਰ ਲਓ, ਇੱਕ ਬਿਨਾ 에ਅਰ ਤੋਂ ਲੈ ਲਓ। ਦੋਨਾਂ ਨੂੰ ਬੈਲੈਂਸ ਕਰਕੇ ਦੇਖੋ, ਜਿੰਨੇ ਵਿੱਚ 에ਅਰ ਫੀਲ ਕੀਤੀ ਹੋਏਗੀ ਉਹ ਥੋੜਾ ਨੀਚੇ ਨੂੰ ਹੋ ਜਾਏਗਾ, ਹੈਵੀ ਹੋ ਜਾਂਦਾ। ਠੀਕ ਹੈ बेटे, ਇਹਦਾ ਮਤਲਬ ਕੀ ਹੋਇਆ ਵੀ ਜਿਹੜੇ ਉਹਦਾ ਜਿਹੜਾ weight ਵਧਿਆ ਉਹ ਕਿਹਦੇ ਕਰਕੇ ਵਧਿਆ, 에ਅਰ ਕਰਕੇ। ਠੀਕ ਹੈ, ਤੇ ਉਹਦਾ ਜਿਹੜਾ ਸਾਈਜ਼ ਹੈ ਉਹ ਇਨਕਰੀਜ਼ ਹੋ ਜਾਂਦਾ, ਉਹ ਵੀ ਕਿਹਦੇ ਕਰਕੇ ਹੋਇਆ, 에ਅਰ ਕਰਕੇ। मतलब 에ਅਰ ਜਿਹੜੀ ਆਪਾਂ ਉਹਦੇ ਵਿੱਚ ਫਿਲ ਕੀਤੀ ਉਹਨੇ ਜਗ੍ਹਾ ਵੀ ਘੇਰੀ, ਉਹਦਾ ਕੁਝ ਨਾ ਕੁਝ ਮਾਸ ਵੀ ਹੈ। ਠੀਕ ਹੈ बेटे, ਤੇ ਆਪਾਂ ਉਹ ਆਪਣੇ 5 ਸੈਂਸ ਆਰਗਨ ਨਾਲ ਫੀਲ ਵੀ ਕਰ ਸਕਦੇ ਹਾਂ। ठीक है बेटे, ऐसा मतलब ਜਿਹੜੀ 에ਅਰ ਹੈ ਉਹ ਵੀ ਕੀ ਹੈ, ਇੱਕ ਮੈਟਰ। 에ਅਰ ਵੀ ਕੀ ਹੈ, ਇੱਕ बेटे ਮੈਟਰ। ठीक है, ਦੁਨੀਆ ਸਾਰੀ ਚੀਜ਼ਾਂ ਮੈਟਰਸ ਨੇ। ਨੋਨ ਮੈਟਰ ਕੀ ਹੁੰਦਾ, ਜਿਵੇਂ ਆਪਣੀ ਫੀਲਿੰਗਸ ਹੋ ਗਈਆਂ, ਆਪਣਾ ਗੁੱਸਾ ਹੋ ਗਿਆ। ਠੀਕ ਹੈ, ਇਹ ਚੀਜ਼ਾਂ ਕੀ ਹੁੰਦੀਆਂ ਨੇ, ਆਪਣੇ ਨੋਨ ਮੈਟਰ ਹੁੰਦੀਆਂ, ਜਿਨ੍ਹਾਂ ਦੀ ਕੋਈ ਵਜੂਦ ਨਹੀਂ, ਕੋਈ ਜਗ੍ਹਾ ਨਹੀਂ ਘੇਰਦੀਆਂ, ਠੀਕ ਹੈ, ਕੋਈ ਮਾਸ ਨਹੀਂ ਹੁੰਦਾ, ਇਹਨਾਂ ਨੂੰ ਨੋਨ ਮੈਟਰ ਬੋਲਿਆ ਜਾਂਦਾ ਹੈ। ओके बेटे, समझ लगी सर व्हाट इज मैटर। नेक्स्ट आ जाता है क्लासिफिकेशन। क्लासिफिकेशन ऑफ मैटर। मैटर दी क्लासिफिकेशन, देयर आर टू वे ऑफ क्लासिफाइंग मैटर। मैटर को क्लासिफाई करने दो वे ने अपने कोले। फर्स्ट है बेटे फिजिकल क्लासिफिकेशन, सेकंड है अपने कोले केमिकल क्लासिफिकेशन। फिजिकल क्लासिफिकेशन आज अपन बेटे करांगे। ठीक है, फिजिकल क्लासिफिकेशन, फिजिकली मतलब कंडीशन, केड़ी कंडीशन, टेंपरेचर की कंडीशन, प्रेशर की कंडीशन दे अकॉर्डिंग इन्हां नूं ਆਪਾਂ क्लासिफाई ਕੀਤਾ ਗਿਆ। ਕੀ क्लासिफाई ਕੀਤਾ ਗਿਆ? तीन टाइप्स ਦੇ ਵਿੱਚ, सॉलिड, लिक्विड, गैस। ਸਭ ਨੂੰ ਪਤਾ ਹੋਏਗਾ ਬੇਟੇ, सॉलिड, लिक्विड, गैस। ਇਸ ਤੋਂ ਇਲਾਵਾ ਦੋ ਹੋਰ ਬੇਟੇ ਸਟੇਟਸ ਆ ਜਾਂਦੇ ਨੇ, ਉਹ ਵੀ ਗੈਸਿਸ ਦੀ ਹੁੰਦੀਆਂ ਨੇ, ਬੋਸ, ਆਇਨਸਟਾਈਨ ਤੇ ਪਲਾਜ਼ਮਾ। ਠੀਕ ਹੈ, ਮੇਨ ਆਪਣੇ ਕੋਲ ਬੇਟੇ ਤਿੰਨ ਹੀ, सॉलिड, लिक्विड ਤੇ ਗੈਸ। ਜਿਹੜੀਆਂ ਉਹ ਦੋ ਹੋਰ ਸਟੇਟਸ ਨੇ ਉਹ ਕਿੰਨੀਆਂ ਨੇ ਬੇਟੇ, ਗੈਸਿਸ ਦੀਆਂ ਨੇ। ਠੀਕ ਹੈ ਬੇਟੇ, हाँ जी, ਹੁਣ ਆਪਾਂ ਪੜਦੇ ਹਾਂ व्हाट इज सॉलिड, व्हाट इज लिक्विड, व्हाट इज गैस। ਇਹ ਵੀ ਬੇਟੇ ਸਭ ਨੇ ਪਹਿਲਾਂ ਛੋਟੀਆਂ ਕਲਾਸਾਂ ਵਿੱਚ ਪੜਿਆ ਹੋਵੇਗਾ ਬਹੁਤ ਵਧੀਆ ਤਰੀਕੇ ਨਾਲ। ਚਲੋ ਆਪਾਂ ਫਿਰ ਤੋਂ ਇੱਥੇ ਰਿਪੀਟ ਕਰ ਲੈਂਦੇ ਹਾਂ, ਥੋੜਾ ਹੋਰ ਵਧੀਆ ਤਰੀਕੇ ਨਾਲ ਰਿਪੀਟ ਕਰ ਲੈਂਦੇ ਹਾਂ। सॉलिड ਕੀ ਹੁੰਦਾ? सॉलिड ਆ ਸਬਸਟੈਂਸ, ਕਿਸੇ ਵੀ ਸਬਸਟੈਂਸ ਨੂੰ सॉलिड ਕਦੋਂ ਬੋਲਿਆ ਜਾਂਦਾ? said to be solid if it possesses a definite volume and a definite shape। ठीक है बेटे, मतलब ਉਹ ਚੀਜ਼ਾਂ ਜਿਨ੍ਹਾਂ ਦੀ definite volume ਹੈ, definite ਕੀ ਰੇ shape, ਨਾ ਤਾਂ ਉਹਨਾਂ ਦਾ ਕਦੇ ਵੋਲਿਊਮ ਚੇਂਜ ਹੋਈ, ਨਾ ਹੀ ਉਹਨਾਂ ਦਾ ਕਦੇ ਸ਼ੇਪ ਚੇਂਜ ਹੋਈ। ਠੀਕ ਹੈ ਬੇਟੇ, ਕੋਈ ਐਕਸਟਰਨਲ ਫੋਰਸ ਨਹੀਂ ਲਗਾ ਰਿਹਾ। ਐਕਸਟਰਨਲ ਫੋਰਸ ਲਗਾ ਕੇ ਤਾਂ ਆਪਾਂ ਚੇਂਜ ਕਰ ਹੀ ਸਕਦੇ ਹਾਂ। ਕੋਈ ਐਕਸਟਰਨਲ ਫੋਰਸ ਆਪਦੇ ਆਪ ਆਪਾਂ ਆਪਣੇ ਆਪ ਤੇ ਸੈਲਫ ਡਿਪੈਂਡ ਕਰ ਰਹੇ ਹਾਂ। ਵੀ ਸੈਲਫ ਡਿਪੈਂਡ ਤੇ ਨਾ ਹੀ ਉਹਨਾਂ ਦਾ ਕਦੇ ਵੋਲਿਊਮ ਚੇਂਜ ਹੋਏਗਾ ਤੇ ਨਾ ਹੀ ਉਹਨਾਂ ਦਾ ਕਦੇ ਸ਼ੇਪ ਚੇਂਜ ਹੋਏਗੀ। ਮਤਲਬ ਡੈਫੀਨਿਟਲੀ ਵੋਲਿਊਮ ਹੋਏਗਾ ਤੇ ਡੈਫੀਨਿਟਲੀ ਕੀ ਰਹੇਗੀ ਉਹਨਾਂ ਦੀ ਹਮੇਸ਼ਾ ਸ਼ੇਪ। ਠੀਕ ਹੈ, ਉਹਨਾਂ ਚੀਜ਼ਾਂ ਨੂੰ, ਉਹਨਾਂ ਸਬਸਟੈਂਸ ਨੂੰ ਕੀ ਬੋਲਿਆ ਜਾਂਦਾ ਬੇਟੇ? ਸੋਲਿਡ। ਜਿਵੇਂ ਕਿ ਟੇਬਲ, ਆਇਰਨ, ਐਗਜ਼ੈਕਟਰਾ। ਹੁਣ ਗੱਲ ਕਰ ਲਈਏ, ਹੁਣ ਕਈ ਵਿੱਚ ਇੱਥੇ ਕਨਫਿਊਜ਼ਨ ਹੁੰਦੀ ਵੀ ਡੈਫੀਨਿਟ ਵੋਲਿਊਮ ਤੇ ਡੈਫੀਨਿਟ ਸ਼ੇਪ ਕਿਵੇਂ ਹੋਏਗੀ। ਜਿਵੇਂ ਕਿ ਹੁਣ ਆਪਾਂ ਐਗਜ਼ਾਮਪਲ ਲੈ ਲਈਏ ਬੇਟੇ ਟੇਬਲ। ਠੀਕ ਹੈ, ਟੇਬਲ ਆਪਾਂ ਕਲਾਸਰੂਮ ਵਿੱਚ ਰੱਖਾਂਗੇ, ਜਿਵੇਂ ਦੀ ਉਹਦੀ ਸ਼ੇਪ ਹੋਏਗੀ, ਜਿੰਨਾ ਉਹਦੇ ਵੋਲਿਊਮ ਹੈ ਉਹ ਆਪਾਂ ਦੇਖ ਲਿਆ, ਉਸੇ ਟੇਬਲ ਨੂੰ ਚੱਕ ਕੇ ਆਪਾਂ ਬਾਹਰ ਕੋਰੀਡੋਰ 'ਚ ਰੱਖਤਾ।
ठीक है जिन्ना वॉल्यूम अंदर वो ले रहा सी ऑक्यूपाई कर रहा सी उन्ना वॉल्यूम ही वो बाहर ऑक्यूपाई करेगा जिवें दी शेप होती अंदर सी उवें दी शेप होती की रहेगी बेटे बाहर रहेगी ठीक है चाहे नु चक्के के तो होर ले लो ठीक है जिथे मर्जी ले जाओ जिन्ना वॉल्यूम ने एक जगह ते घेरिया सी जिन्ना वॉल्यूम ने एक जगह ते ऑक्यूपाई कीता सी उन्ना ही वॉल्यूम हर जगह ते ऑक्यूपाई करेगा जेडी शेप होती इथे सी वही शेप होती हर जगह ते रहेगी ठीक है बेटे ਇਸੇ ਚੀਜ਼ ਨੂੰ ਬੋਲਿਆ ਨੇ ਡੈਫੀਨਿਟ ਵੋਲਿਊਮ ਤੇ ਡੈਫੀਨਿਟ ਸ਼ੇਪ ਤੇ ਇਹਨਾਂ ਸਬਸਟੈਂਸ ਨੂੰ ਕੀ ਕਹਿੰਦੇ ਨੇ ਬੇਟੇ ਆਪਾਂ ਸੋਲਿਡਸ ਜਿਨ੍ਹਾਂ ਦੀ ਡੈਫੀਨਿਟ ਵੋਲਿਊਮ ਤੇ ਡੈਫੀਨਿਟ ਕੀ ਹੁੰਦੀ ਹੈ ਬੇਟੇ ਸ਼ੇਪ ਨੈਕਸਟ ਆ ਜਾਂਦਾ ਬੇਟੇ ਲਿਕੁਇਡ ਲਿਕੁਇਡ ਦੇ ਵਿੱਚ ਕੀ ਹੁੰਦਾ ਹੈ ਆ ਸਬਸਟੈਂਸ ਇਜ਼ ਸੈਡ ਟੂ ਬੀ ਲਿਕੁਇਡ ਉਹਨਾਂ ਸਬਸਟੈਂਸ ਨੂੰ ਲਿਕੁਇਡ ਬੋਲਿਆ ਜਾਂਦਾ ਇਫ ਇਟ ਪੋਜੈਸਸ ਅ ਡੈਫੀਨਿਟ ਵੋਲਿਊਮ ਜਿਨ੍ਹਾਂ ਦਾ ਵੋਲਿਊਮ ਤੇ ਕੀ ਰਹੇ ਡੈਫੀਨਿਟ ਬਟ ਨੋ ਡੈਫੀਨਿਟ ਸ਼ੇਪ ਸ਼ੇਪ ਡੈਫੀਨਿਟ ਉਹਨਾਂ ਦੀ ਨਾ ਰਹੇ ਉਹਨਾਂ ਨੂੰ ਕੀ ਬੋਲਿਆ ਜਾਂਦਾ ਬੇਟੇ ਲਿਕੁਇਡ ਜਿਵੇਂ ਕਿ ਵਾਟਰ ਤੇ ਮਿਲਕ चलो मैं भी ਆਪਾਂ ਇੱਕ ਐਗਜ਼ਾਮਪਲ ਕਰਕੇ ਦੇਖ ਲੈਂਦੇ ਜਿਵੇਂ ਆਪਾਂ ਨੂੰ ਸਮਝਿਆ ਸੀਗਾ ਬੜਾ ਵਧੀਆ ਤਰੀਕੇ ਨਾਲ ਸਮਝ ਆ ਗਿਆ ਸੀ ਉਹ ਵੀ ਹੁਣ ਇਹਦਾ ਵੀ ਆਪਾਂ ਦੇਖ ਲੈਂਦੇ ਆ ਵੀ ਡੈਫੀਨਿਟ ਤੇ ਵੋਲਿਊਮ ਰਹਿ ਗਿਆ ਹੁੰਦਾ ਬਟ ਨੋ ਡੈਫੀਨਿਟ ਸ਼ੇਪ ਤੇ ਸ਼ੇਪ ਤੇ ਡੈਫੀਨਿਟ ਨਹੀਂ ਇਹ ਕਿਵੇਂ ਚਲੋ ਇਹਦਾ ਵੀ ਆਪਾਂ ਇੱਕ ਐਗਜ਼ਾਮਪਲ ਲੈ ਆਪਾਂ ਕੀ ਕੀਤਾ ਬੜੇ 1 ਲੀਟਰ ਵਾਟਰ ਲੈ ਲਿਆ ਬੋਤਲ ਦੇ ਵਿੱਚ ਠੀਕ ਹੈ ਜੀ 1 ਲੀਟਰ ਵਾਟਰ ਲੈ ਲਿਆ ਬੋਤਲ ਦੇ ਵਿੱਚ ਉਹਦੀ ਸ਼ੇਪ ਕਿਵੇਂ ਦੀ ਹੋਏਗੀ ਜਿਵੇਂ ਬੋਤਲ ਦੀ ਸ਼ੇਪ ਹੈ ਤੇ ਮਤਲਬ ਸਪੇਸ ਕਿੰਨਾ ਆਕੂਪਾਈ ਕਰੇਗਾ ਜਿੰਨਾ ਉਹਦੇ ਚ ਬੋਤਲ ਦੇ ਵਿੱਚ ਉਹਨੇ 1 ਲੀਟਰ ਚ ਕਰ ਰੱਖਿਆ ਠੀਕ ਹੈ ਆਪਾਂ ਕੀ ਕੀਤਾ ਉਸੇ ਹੀ ਪਾਣੀ ਨੂੰ ਕਿਸੇ ਹੋਰ ਬਰਤਨ ਚ ਪਾ ਲਿਆ ਸਮਝੋ ਕਿਸੇ ਟੱਪ ਵਗੈਰਾ ਚ ਪਾ ਲਿਆ ਜਾਂ ਕਿਸੇ ਹੋਰ ਖਾਲੀ ਬਰਤਨ ਦੇ ਵਿੱਚ ਭਾਂਡੇ ਦੇ ਵਿੱਚ ਪਾ ਲਿਆ ਆਪਾਂ ਠੀਕ ਹੈ ਪਲੇਟ ਦੇ ਵਿੱਚ ਪਾ ਲਿਆ ਜਾਂ ਕਿਸੇ ਹੋਰ ਚੀਜ਼ ਚ ਪਾ ਲਿਆ ਆਪਾਂ ਉਹਨੂੰ ਕੀ ਹੋਏਗਾ ਬੇਟੇ ਜਿਵੇਂ ਉਹਨੂੰ ਆਪਾਂ ਦੂਸਰੇ ਕਿਸੇ ਬਰਤਨ ਵਿੱਚ ਚੇਂਜ ਕਰਾਂਗੇ ਜਿਵੇਂ ਬਾਲਟੀ ਚ ਬਕਟ ਵਿੱਚ ਚੇਂਜ ਕਰ ਲਿਆ ਆਪਾਂ ਤਾਂ ਉਹਦੀ ਜਿਹੜੀ ਸ਼ੇਪ ਹੋਏਗੀ ਉਹ ਬਕਟ ਤਰ੍ਹਾਂ ਹੋ ਜਾਏਗੀ ਮਤਲਬ ਡੈਫੀਨਿਟ ਸ਼ੇਪ ਤੇ ਨਹੀਂ ਰਹੇਗਾ ਕਿ ਇਹ ਹੁੰਦਾ ਵੀ ਜਦੋਂ ਆਪਾਂ ਬੋਤਲ ਵਾਲਾ ਜਿਹੜੀ ਬੋਤਲ ਦੀ ਸ਼ੇਪ ਸੀਗੀ ਉਹਦੀ ਤੇ ਉਹਨੂੰ ਆਪਾਂ ਬਕਟ ਵਿੱਚ ਪਲਟਿਆ तो ਉਹਦੀ ਜਿਹੜੀ ਸ਼ੇਪ ਹੈ ਬੋਤਲ ਤਰ੍ਹਾਂ ਹੀ ਰਹੇਗੀ ਨਹੀਂ ਨਾ ਬਕਟ ਤਰ੍ਹਾਂ ਹੋ ਜਾਏਗੀ ਠੀਕ ਹੈ ਬੇਟੇ ਮਤਲਬ ਉਹਦੀ ਡੈਫੀਨਿਟ ਸ਼ੇਪ ਨਹੀਂ ਰਹੇਗੀ ਨੋ ਡੈਫੀਨਿਟ ਸ਼ੇਪ ਵੋਲਿਊਮ ਦੇਖੋ ਬੇਟੇ ਜਿੰਨਾ ਉਹਨੇ ਵੋਲਿਊਮ ਬੋਤਲ ਦੇ ਵਿੱਚ ਕਵਰ ਕੀਤਾ ਸੀਗਾ ਆਕੂਪਾਈ ਕੀਤਾ ਸੀ ਉਨਾ ਹੀ ਉਹ ਬਕਟ ਦੇ ਵਿੱਚ ਕਰੇਗਾ ਕਿਉਂਕਿ 1 ਲੀਟਰ ਲੈ ਕੇ 1 ਲੀਟਰ ਜਿੰਨਾ ਸਪੇਸ ਆਕੂਪਾਈ ਕਰਦਾ ਉਨਾ ਹੀ ਸਪੇਸ ਉੱਥੇ ਆਕੂਪਾਈ ਕਰੇਗਾ ਠੀਕ ਹੈ ਕਲੋਜ਼ ਤਾਂ ਆ ਹੀ ਨਹੀਂ ਸਕਦੇ ਮੋਲੀਕਿਊਲ ਠੀਕ ਹੈ ਸਮਝ ਲੱਗੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਕਿ 1 ਲੀਟਰ ਤੋਂ ਘੱਟ ਵਾਲੇ ਬਰਤਨ ਦੇ ਵਿੱਚ ਆਪਾਂ 1 ਲੀਟਰ ਵਾਟਰ ਨੂੰ ਪਾ ਸਕਦੇ ਹਾਂ ਕਿ नहीं पा सकते ना ठीक है यही चीज लेंगे बेटे मतलब उसका डेफिनेट वॉल्यूम रहेगा बट नो डेफिनेट शेप समझ लगे नेक्स्ट बेटे आ जाता है गैसेस ठीक है सॉलिड का पता लग गया लिक्विड का पता लग गया आ गया अपने बोले गैसेस गैसेस a substance is said to be gaseous if it neither possess a definite volume nor a definite shape ना तो दी डेफिनेट वॉल्यूम होएगी ना ही दी डेफिनेट की होएगी बेटे शेप होएगी ठीक है ਉਹਨਾਂ ਸਬਸਟੈਂਸ ਨੂੰ ਕੀ ਬੋਲਿਆ ਜਾਂਦਾ ਹੈ ਗੈसेस ਉਹਨਾਂ ਸਬਸਟੈਂਸ ਨੂੰ ਕੀ ਬੋਲਿਆ ਜਾਂਦਾ ਬੇਟੇ ਗੈसेस ਜਿਵੇਂ ਕਿ ਹਾਈਡਰੋਜਨ ਆਕਸੀਜਨ ਹੁਣ ਇਹ ਵੀ ਆਪਾਂ ਐਗਜ਼ਾਮਪਲ ਕਰਕੇ ਦੇਖ ਲੈਂਦੇ ਹਾਂ ਵੀ ਇਹਦੇ ਚਲੋ ਪਤਾ ਲੱਗ ਗਿਆ ਸੀ ਆਪਾਂ ਨੂੰ ਉਹਦੀ ਸ਼ੇਪ ਚੇਂਜ ਹੋ ਰਹੀ ਹੈ ਬੋਤਲ ਚ ਪਾਇਆ ਬੋਤਲ ਤਰ੍ਹਾਂ ਹੋਗੀ ਬਕਟ ਚ ਪਾਇਆ ਬਕਟ ਤਰ੍ਹਾਂ ਹੋਗੀ ਕਿਸੇ ਹੋਰ ਬਰਤਨ ਚ ਪਾਇਆ ਉਹ ਤਰ੍ਹਾਂ ਹੋਗੀ ਬਟ ਵੋਲਿਊਮ ਦਾ ਕੀ ਰਿਹਾ ਡੈਫੀਨਿਟ ठीक है ਹੁਣ ਇਹਦੇ ਵਿੱਚ ਕੀ ਹੋਇਆ ਡੈਫੀਨਿਟ ਨਾ ਹੀ ਤਾਂ ਜਿਹਦੀ ਡੈਫੀਨਿਟ ਵੋਲਿਊਮ ਹੈ ਨਾ ਹੀ ਦੀ ਡੈਫੀਨਿਟ ਸ਼ੇਪ ਹੈ ਇਹ ਕਿਵੇਂ ਹੋਏਗਾ ਚਲੋ ਇਹਦਾ ਇੱਕ ਐਗਜ਼ਾਮਪਲ ਆਪਾਂ ਲੈ ਲੈਂਦੇ ਘਰਾਂ ਦੇ ਵਿੱਚ ਬੇਟੇ ਆਪਾਂ ਸਿਲੰਡਰ ਯੂਜ਼ ਕਰਦੇ ਹਾਂ ਗੈਸ ਹੁੰਦੀ ਉਹਦੇ ਵਿੱਚ ਠੀਕ ਹੈ ਜਿਹੜੀ ਉਹ ਗੈਸ ਸਿਲੰਡਰ ਦੇ ਵਿੱਚ ਪਾ ਰੱਖੀ ਹੈ ਠੀਕ ਹੈ ਉਸ ਜਿਹੜੀ ਗੈਸ ਹੈ ਉਹਦੀ ਸ਼ੇਪ ਕਿਸ ਤਰ੍ਹਾਂ ਹੋਏਗੀ ਜਿਵੇਂ ਸਿਲੰਡਰ ਦੀ ਸ਼ੇਪ ਹੈ ਠੀਕ ਹੈ ਤੇ ਵੋਲਿਊਮ ਕਿੰਨਾ ਆਕੂਪਾਈ ਕਰੇਗੀ ਜਿੰਨਾ ਸਿਲੰਡਰ ਦਾ ਵੋਲਿਊਮ ਹੈ ਉਹਨਾਂ ਆਕੂਪਾਈ ਕਰੇਗੀ ਹਾਂ ਉਹ ਸਾਰੀ ਗੈਸ ਨੂੰ ਆਪਾਂ ਕਮਰਾ ਬੰਦ ਕਰ ਲਿਆ ਬੇਟੇ ਉਹ ਸਾਰੀ ਗੈਸ ਨੂੰ ਆਪਾਂ ਉਸ ਕਮਰੇ ਦੇ ਵਿੱਚ ਛੱਡਦਾ ਮਤਲਬ ਸਿਲੰਡਰ ਨੂੰ ਖਾਲੀ ਕਰ ਲਿਆ ਕਿ ਸਿਲੰਡਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਉਹ ਜਿਹੜੀ ਗੈਸ ਹੈ ਉਨੇ ਹੀ ਏਰੀਆ ਦੇ ਵਿੱਚ ਰਹੇਗੀ ਜਿੰਨੇ ਏਰੀਆ ਦੇ ਵਿੱਚ ਸਿਲੰਡਰ ਸੀਗਾ ਨਹੀਂ ਨਾ ਉਹ ਪੂਰੇ ਕਮਰੇ 'ਚ ਫੈਲ ਜਾਏਗੀ ਮਤਲਬ ਪਹਿਲਾਂ ਉਹਦੀ ਸ਼ੇਪ ਸਿਲੰਡਰ ਤਰ੍ਹਾਂ ਸੀ ਸਿਲੰਡਰ ਸੀ ਤਾਂ ਹੁਣ ਉਹ ਪੂਰੇ ਕਮਰੇ 'ਚ ਫੈਲ ਚੁੱਕੀ ਉਹਦੀ ਸ਼ੇਪ ਕਿਸ ਤਰ੍ਹਾਂ ਹੋ ਜਾਏਗੀ ਬੇਟੇ ਪੂਰੇ ਰੂਮ ਤਰ੍ਹਾਂ ਹੋ ਜਾਏਗੀ ਹਾਂ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਉਹਦੀ ਡੈਫੀਨਿਟ ਸ਼ੇਪ ਤੇ ਨਹੀਂ ਸ਼ੇਪ ਚੇਂਜ ਹੋ ਗਈ ਹੁਣ ਵੋਲਿਊਮ ਦੀ ਗੱਲ ਕਰਦੇ ਆਪਾਂ ਵੋਲਿਊਮ ਵਿੱਚ ਕੀ ਹੋਇਆ ਪਹਿਲਾਂ ਬੇਟੇ ਜਿਹੜੀ ਉਹ ਗੈਸ ਸਿਲੰਡਰ ਦੇ ਵਿੱਚ ਸੀ ਤੇ ਜਿੰਨਾ ਵੋਲਿਊਮ ਸਿਲੰਡਰ ਦਾ ਸੀ ਉਹਨੇ 'ਚ ਹੀ ਰਹਿ ਗਈ ਉਹ ਮਤਲਬ ਵੋਲਿਊਮ ਨਹੀਂ ਗੈਸ ਦਾ ਬਣੇਗਾ ਹੁਣ ਉਹ ਪੂਰੇ ਕਮਰੇ 'ਚ ਫੈਲ ਚੁੱਕੀ ਹੈ ਉਹਦਾ ਵੋਲਿਊਮ ਵੀ ਕੀ ਹੋ ਗਿਆ ਪੂਰੇ ਕਮਰੇ ਜਿੰਨਾ ਹੋ ਗਿਆ ਉਹਦਾ ਵੋਲਿਊਮ ਵੀ ਕੀ ਹੋ ਗਿਆ ਪੂਰੇ ਕਮਰੇ ਜਿੰਨਾ ਨਾ ਹੀ ਉਹਦਾ ਡੈਫੀਨਿਟ ਵੋਲਿਊਮ ਹੈ ਤੇ ਨਾ ਹੀ ਉਹਦਾ ਡੈਫੀਨਿਟ ਸ਼ੇਪ ਮਤਲਬ ਪੂਰੇ ਕਮਰੇ ਦੀ ਗੈਸ ਨੂੰ ਆਪਾਂ ਛੋਟੇ ਜਿਹੇ ਬਰਤਨ ਵਿੱਚ ਵੀ ਪਾ ਸਕਦੇ ਹਾਂ ਠੀਕ ਹੈ ਮਤਲਬ ਛੋਟੇ ਜਿਹੇ ਸਿਲੰਡਰ ਦੇ ਵਿੱਚ ਵੀ ਪਾ ਸਕਦੇ ਹਾਂ ਬਟ ਆਪਾਂ 1 ਲੀਟਰ ਵਾਟਰ ਨੂੰ ਛੋਟੇ ਮਤਲਬ ਹਾਫ ਲੀਟਰ ਵਾਲੇ ਬਰਤਨ ਦੇ ਵਿੱਚ ਨਹੀਂ ਸੀ ਪਾ ਸਕਦੇ ਮਤਲਬ ਉਹਦੀ ਡੈਫੀਨਿਟ ਵੋਲਿਊਮ ਸੀ ਜੇ ਆਪਾਂ 1 ਲੀਟਰ ਵਾਟਰ ਨੂੰ ਸਟੋਰ ਕਰਨਾ ਤਾਂ ਆਪਾਂ ਨੂੰ 1 ਲੀਟਰ ਜਿੰਨਾ ਹੀ ਬਰਤਨ ਚਾਹੀਦਾ ਜਾਂ ਉਸ ਤੋਂ ਵੱਧ ਚਾਹੀਦਾ ਠੀਕ ਹੈ ਘੱਟ ਨਹੀਂ ਹੋਏਗਾ ਬਟ ਗੈਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਰੂਮ ਦੀ ਗੈਸ ਨੂੰ ਆਪਾਂ ਇੱਕ ਛੋਟੇ ਜਿਹੇ ਸਿਲੰਡਰ ਦੇ ਵਿੱਚ ਵੀ ਪਾ ਸਕਦੇ ਹਾਂ ਠੀਕ ਹੈ ਸਮਝ ਲੱਗੀ ਸਾਨੂੰ ਮਤਲਬ ਜਿਹੜੀ ਗੈਸ ਹੈ ਨਾ ਹੀ ਤਾਂ ਡੈਫੀਨਿਟ ਵੋਲਿਊਮ ਹੈ ਨਾ ਹੀ ਉਹਦੀ ਡੈਫੀਨਿਟ ਸ਼ੇਪ ਹਾਂਜੀ ਬੇਟੇ ਮੈਨੂੰ
लगता है ਤੁਹਾਨੂੰ ਬਹੁਤ ਵਧੀਆ ਸਮਝ ਲੱਗਿਆ ਹੋਵੇਗਾ ਇਸ ਬਾਰੇ। ਠੀਕ ਹੈ, ਪਹਿਲਾਂ ਤਾਂ ਆਪਾਂ ਜਿਹੜੀ ਛੋਟੀਆਂ ਕਲਾਸਾਂ ਦੇ ਵਿੱਚ ਤਾਂ ਸਿੰਪਲ ਡੈਫੀਨੇਸ਼ਨ ਹੀ ਪੜ੍ਹ ਲੈਂਦੇ ਆ, ਬਟ ਇੱਥੇ ਆਪਾਂ ਪੂਰਾ ਵਧੀਆ ਜਿਹਾ ਐਕਸਪਲੇਨ ਕੀਤਾ। ਫਿਰ ਆ ਜਾਂਦਾ ਆਪਣੇ ਕੋਲ ਨੈਕਸਟ, the three states are interconvertible by changing temperature and pressure। मतलब ਜਿਹੜੀ ਤਿੰਨੇ ਸਟੇਟਸ ਨੇ ਆਪਣੇ ਕੋਲ, ਸੋਲਿਡ, ਲਿਕੁਇਡ, ਗੈਸ, ਇਹ ਤਿੰਨੇ ਇੰਟਰਕਨਵਰਟੇਬਲ ਹੁੰਦੇ ਨੇ, ਆਪਾਂ ਤਿੰਨਾਂ ਨੂੰ ਚੇਂਜ ਕਰ ਸਕਦੇ ਹਾਂ। ਕਿਵੇਂ? ਬਾਈ ਚੇਂਜਿੰਗ ਟੈਂਪਰੇਚਰ ਐਂਡ ਪ੍ਰੈਸ਼ਰ। ਟੈਂਪਰੇਚਰ ਤੇ ਪ੍ਰੈਸ਼ਰ ਨੂੰ ਚੇਂਜ ਕਰਕੇ ਆਪਾਂ ਤਿੰਨਾਂ ਨੂੰ ਚੇਂਜ ਕਰ ਸਕਦੇ ਹਾਂ। ਮਤਲਬ ਸੋਲਿਡ ਨੂੰ ਲਿਕੁਇਡ ਦੇ ਵਿੱਚ ਚੇਂਜ ਕਰ ਸਕਦੇ ਹਾਂ, ਲਿਕੁਇਡ ਨੂੰ ਗੈਸ ਦੇ ਵਿੱਚ, ਗੈਸ ਨੂੰ ਲਿਕੁਇਡ ਦੇ ਵਿੱਚ, ਲਿਕੁਇਡ ਨੂੰ ਸੋਲਿਡ ਦੇ ਵਿੱਚ। ਠੀਕ ਹੈ ਬੇਟੇ, ਕਿਵੇਂ? ਬਾਈ ਚੇਂਜਿੰਗ ਟੈਂਪਰੇਚਰ ਐਂਡ ਪ੍ਰੈਸ਼ਰ। ਜਿਵੇਂ ਹੁਣ ਆਪਾਂ ਇੱਥੇ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ, ਇਧਰ ਨੂੰ ਬੇਟੇ ਚੱਲਾਂਗੇ ਆਪਾਂ ਤੇ ਹੀਟ ਕਰਾਂਗੇ, ਸੋਲਿਡ ਨੂੰ ਹੀਟ ਕਰਾਂਗੇ, ਲਿਕੁਇਡ ਬਣ ਜਾਏਗਾ, ਲਿਕੁਇਡ ਨੂੰ ਹੀਟ ਕਰਾਂਗੇ, ਗੈਸ ਬਣ ਜਾਏਗੀ। ਚਲੋ ਆਪਾਂ ਇੱਕ ਵਧੀਆ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ, ਆਈਸ। ਉਸ ਤੋਂ ਤੁਹਾਨੂੰ ਬਹੁਤ ਵਧੀਆ ਸਮਝ ਆ ਜਾਏਗਾ। ਹਾਂਜੀ ਬੇਟੇ, ਆਈਸ ਨੂੰ ਜਦੋਂ ਮੈਲਟ ਕਰਦੇ ਆ, ਹੀਟ ਦਿੰਦੇ ਆ, ਆਈਸ ਨੂੰ ਮੈਲਟ ਕਰਦੇ ਆ ਤੇ ਕੀ ਬਣ ਜਾਂਦਾ ਹੈ? ਲਿਕੁਇਡ, ਵਾਟਰ ਬਣ ਜਾਂਦਾ ਹੈ। ਹਾਂਜੀ ਬੇਟੇ, ਵਾਟਰ ਨੂੰ ਫਿਰ ਜਦੋਂ ਹੀਟ ਕੀਤਾ ਜਾਂਦਾ ਹੈ, ਵੇਪਰਾਈਜੇਸ਼ਨ, ਉਹਦੇ ਕੀ ਬਣ ਜਾਂਦੇ ਨੇ? ਵਾਟਰ ਵੇਪਰ। ਕੀ ਬਣ ਜਾਂਦੇ ਨੇ ਬੇਟੇ? ਉਹਦੇ ਵਾਟਰ ਵੇਪਰ। ਠੀਕ ਹੈ ਬੇਟੇ, ਸੋਲਿਡ ਨੂੰ ਹੀਟ ਕੀਤਾ, ਆਈਸ ਨੂੰ ਹੀਟ ਕੀਤਾ, ਮੈਲਟ ਕੀਤਾ, ਕੀ ਬਣ ਗਿਆ? ਲਿਕੁਇਡ ਵਾਟਰ। ਲਿਕੁਇਡ ਵਾਟਰ ਮਤਲਬ ਇਹਨੂੰ ਆਪਾਂ ਹੋਰ ਹੀਟ ਕਰਾਂਗੇ, ਵੇਪਰਾਈਜੇਸ਼ਨ ਹੋ ਕੇ ਕੀ ਬਣ ਜਾਏਗੀ? ਗੈਸ, ਵਾਟਰ ਵੇਪਰਸ। ਉਸੇ ਤਰ੍ਹਾਂ ਹੀ ਬੇਟੇ ਵਾਪਸ ਆਪਾਂ ਵਾਟਰ ਵੇਪਰਸ ਨੂੰ ਕੂਲ ਕਰਾਂਗੇ, ਠੰਡਾ ਕਰਾਂਗੇ, ਕੰਡੈਂਸੇਸ਼ਨ ਕਰਾਂਗੇ, तो किधे कन्वर्ट हो जाएगा? वापस वाटर च। वाटर वेपर से जो ठंडा किया जाता है वापस वो की बन जाते हैं बेटे? वाटर, मतलब लिक्विड फॉर्म में आ जाता है। वाटर ਨੂੰ ਜਦੋਂ ਹੋਰ ਕੂਲ ਫ੍ਰਿਜ ਕੀਤਾ ਜਾਂਦਾ ਹੈ ਤਾਂ ਵਾਟਰ ਕਿਹਦੇ ਵਿੱਚ ਚੇਂਜ ਹੋ ਜਾਂਦਾ ਹੈ? ਆਈਸ ਦੇ ਵਿੱਚ। ਮਤਲਬ ਲਿਕੁਇਡ ਕਿਹਦੇ ਵਿੱਚ ਕਨਵਰਟ ਹੋ ਰਿਹਾ ਹੈ? ਸੋਲਿਡ ਦੇ ਵਿੱਚ। ਮਤਲਬ ਤਿੰਨੇ ਸਟੇਟਸ ਆਪਸ ਦੇ ਵਿੱਚ ਕੀ ਨੇ ਬੇਟੇ? ਇੰਟਰਕਨਵਰਟੇਬਲ ਨੇ ਬਾਈ ਚੇਂਜਿੰਗ ਟੈਂਪਰੇਚਰ ਐਂਡ ਪ੍ਰੈਸ਼ਰ। ਹਾਂਜੀ ਬੇਟੇ, ਇੱਥੇ ਇੱਕ ਹੋਰ ਚੀਜ਼ ਆ ਜਾਂਦੀ, ਜਿਵੇਂ ਆਪਾਂ ਸੋਲਿਡ ਤੋਂ ਲਿਕੁਇਡ ਗਏ, ਮੈਲਟਿੰਗ ਆ ਗਿਆ, लिक्विड तो गैस के वेपराइजेशन आ गया, गैसेस तो लिक्विड आया तो केड़ा प्रोसेस आ गया? कंडेंसेशन। ते लिक्विड तो सॉलिड आया तो फ्रीजिंग आ गया अपने को। सीधा सॉलिड तो गैस, सीधा सॉलिड तो की जाना? गैस, विदाउट चेंजिंग इनटू लिक्विड फॉर्म। बिना लिक्विड फॉर्म में चेंज किए सीधा सॉलिड तो किधर चला जाना बेटे? गैस। ठीक है, इनको अपन की कह देने हैं? सब्लिमेशन। इस प्रोसेस को की कह देने हैं बेटे? सब्लिमेशन। Sublimation के लिए it is a process in which a solid changes into gases without changing into liquid। बिना liquid ਦੇ change ਹੋਏ ਸਿੱਧਾ solid ਕਿਹਦੇ change ਹੋ ਜਾਂਦਾ ਬੇਟੇ? ਗੈਸ ਦੇ ਵਿੱਚ। ਉਸ ਪ੍ਰੋਸੈਸ ਨੂੰ ਕੀ ਬੋਲਿਆ ਜਾਂਦਾ ਹੈ? ਸਬਲੀਮੇਸ਼ਨ। ਹਾਂਜੀ, ਵਾਪਸ ਗੈਸ ਤੋਂ solid ਆ, ਇਹਨੂੰ ਬੋਲਿਆ ਜਾਂਦਾ ਹੈ ਡੀਸਬਲੀਮੇਸ਼ਨ। ਕੀ ਬੋਲਿਆ ਜਾਂਦਾ ਇਹਨੂੰ ਬੇਟੇ? ਡੀਸਬਲੀਮੇਸ਼ਨ। ਹਾਂਜੀ ਬੇਟੇ, ਤੁਸੀਂ ਕੋਈ ਇਹੋ ਜਿਹੀ ਚੀਜ਼ ਦੇਖੀ ਹੈ ਜਿਹੜੀ ਸਿੱਧਾ solid ਤੋਂ ਗੈਸ ਵਿੱਚ ਚੇਂਜ ਹੋ ਜਾਏ? सीधा सॉलिड तो गैस में चेंज हो जाए, ਇਹੋ ਜਿਹੀ ਕੋਈ ਚੀਜ਼ ਦੇਖੀ ਹੈ ਆਪਾਂ ਘਰ ਦੇ ਵਿੱਚ ਵੀ ਯੂਜ਼ ਕਰਦੇ ਆ ਬੇਟੇ? ਬੜੀ ਸਿੰਪਲ ਜੀ ਚੀਜ਼ ਹੈ, ਬਹੁਤ ਆਪਾਂ ਦੇਖੀ ਹੋਈ ਹੈ, ਸਭ ਨੇ ਦੇਖੀ ਹੋਈ ਹੈ, ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਆ ਵੀ ਜਿਹੜੀ ਸਿੱਧਾ ਸੋਲਿਡ ਤੋਂ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ? ਗੈਸ ਦੇ ਵਿੱਚ। ਠੀਕ ਹੈ ਬੇਟੇ, ਚਲੋ ਇਹ ਤੁਸੀਂ ਫਾਈਂਡ ਆਊਟ ਕਰਨੀ ਕਿ ਕਿਹੜੀ ਚੀਜ਼ ਹੈ। ਹੋਰ ਵੀ ਕਿਸੇ ਨੂੰ ਕੋਈ ਐਗਜ਼ਾਮਪਲਸ ਪਤਾ ਹੋ ਉਹ ਵੀ ਦੱਸੇਗਾ ਬੇਟੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ। ਠੀਕ ਹੈ, ਤੇ ਇਹ ਵੀ ਮੈਨੂੰ ਤੁਸੀਂ ਦੱਸਣਾ ਕਿ ਕਿਹੜੀ ਚੀਜ਼ ਆਪਾਂ ਘਰ ਦੇ ਵਿੱਚ ਵੀ ਯੂਜ਼ ਕਰਦੇ ਆ, ਸਿੱਧਾ ਸੋਲਿਡ ਤੋਂ ਕਿਹਦੇ ਚੇਂਜ ਹੋ ਜਾਂਦੀ ਹੈ? ਗੈਸ ਦੇ ਵਿੱਚ। ਓਕੇ ਬੇਟੇ, आई होप ਤੁਹਾਨੂੰ ਇਹ ਟੌਪਿਕ ਵਧੀਆ ਸਮਝ ਲੱਗਿਆ ਹੋਵੇਗਾ, ਕਿਉਂਕਿ ਬੇਟੇ ਛੋਟੀਆਂ ਕਲਾਸਾਂ ਦੇ ਪ੍ਰੀਵੀਅਸ ਕਲਾਸਾਂ ਦੇ ਟੌਪਿਕ ਹੈਗੇ ਆ, ਬੜੇ ਸਿੰਪਲ ਜਿਹੇ ਟੌਪਿਕ ਹੈ। ਠੀਕ ਹੈ, ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਅੱਛੇ ਤਰੀਕੇ ਨਾਲ ਬੇਟੇ ਇਹਨੂੰ ਰਾਈਟ ਕਰਨਾ, ਨੋਟਸ ਬਣਾਉਣੇ ਆ, ਰੀਡ ਕਰਨਾ ਹੈ। ਓਕੇ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਸਮਝ ਲੱਗਿਆ ਹੋਵੇਗਾ। ਓਕੇ ਬੇਟੇ।